ਪ੍ਰਸ਼ਨ 1 ਗਿੱਧਾ ਧਰਤੀ ਮਾਤਾ ਦੀ ਪੂਜਾ ਦਾ ਨਾਚ ਨਿਬੰਧ ਦੇ ਲੇਖਕ ਡਾਕਟਰ ਨਾਰ ਸਿੰਘ ਬਾਰੇ ਸੰਖੇਪ ਜਾਣਕਾਰੀ ਦਿਓ। ਉੱਤਰ ਡਾਕਟਰ ਨਾਰ ਸਿੰਘ ਦਾ ਨਾਂ ਉਹਨਾਂ ਲੋਕਧਾਰਾ ਦੇ ਅਧਿਐਨ ਕਰਨ ਵਾਲਿਆਂ ਵਿੱਚ ਗਿਣਿਆ ਜਾਂਦਾ ਹੈ ਜਿਨ੍ਹਾਂ ਨੇ ਇਸ ਅਧਿਐਨ ਨੂੰ ਵਿਗਿਆਨਕ ਲੀਹਾਂ ਉੱਤੇ ਪਾਉਣ ਦਾ ਯਤਨ ਕੀਤਾ। ਡਾਕਟਰ ਨਾਰ ਸਿੰਘ ਨੇ ਮਾਲਵੇ ਦੇ ਲੋਕ ਗੀਤਾਂ ਦਾ ਵਿਸ਼ੇਸ਼ ਰੂਪ ਵਿੱਚ ਅਧਿਐਨ ਕੀਤਾ ਹੈ। ਭਾਵੇਂ ਉਸ ਤੋਂ ਪਹਿਲਾਂ ਸ੍ਰੀ ਦਵਿੰਦਰ ਸਤਿਆਰਥੀ ਹੋਰਾਂ ਨੇ ਵੀ ਬਹੁਤ ਕੰਮ ਕੀਤਾ ਹੈ, ਪਰ ਡਾਕਟਰ ਨਾਰ ਸਿੰਘ ਦੀ ਪਹੁੰਚ ਤੇ ਦਰਿਸ਼ਟੀ ਉਹਨਾਂ ਤੋਂ ਭਿੰਨ ਹੈ। ਉਹਨਾਂ ਦੀ ਇਸ ਖੇਤਰ ਵਿੱਚ ਕਾਬਲੀਅਤ ਨੂੰ ਦੇਖਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਹਨਾਂ ਨੂੰ ਮਾਲਵੇ ਦੇ ਲੋਕ ਗੀਤਾਂ ਦਾ ਸੰਪਾਦਨ ਅਤੇ ਵਿਸ਼ਲੇਸ਼ਣ ਕਰਨ ਦਾ ਪ੍ਰੋਜੈਕਟ ਵੀ ਦਿੱਤਾ ਹੈ। ਉਹ ਇਸ ਖੇਤਰ ਵਿੱਚ ਨਿਰੰਤਰ ਖੋਜ ਕਰ ਰਿਹਾ ਹੈ ਅਤੇ ਯੂਨੀਵਰਸਿਟੀ ਉਸ ਨੂੰ ਪ੍ਰਕਾਸ਼ਿਤ ਕਰ ਰਹੀ ਹੈ। ਲੋਕਧਾਰਾ ਦੇ ਖੇਤਰ ਵਿੱਚ ਇਸ ਨਵੇਕਲੇ ਹਸਤਾਖਰ ਦਾ ਜਨਮ 6 ਅਕਤੂਬਰ 1952 ਈਸਵੀ ਨੂੰ ਪਿੰਡ ਨਿਊਆਨ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਸੱਸਾ ਰੱਖਾ ਸਿੰਘ ਅਤੇ ਮਾਤਾ ਦਾ ਨਾਂ ਸ੍ਰੀਮਤੀ ਅਜਮੇਰ ਕੌਰ ਹੈ। ਪੇਂਡੂ ਵਾਤਾਵਰਣ ਵਿੱਚ ਡਾਕਟਰ ਨਾਰ ਸਿੰਘ ਪਲਿਆ ਤੇ ਵੱਡਾ ਹੋਇਆ। ਮੁੱਢਲੀ ਵਿੱਦਿਆ ਵੀ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ। ਬਚਪਨ ਤੋਂ ਹੀ ਆਲੇ ਦੁਆਲੇ ਵਿੱਚ ਹੋ ਰਹੇ ਕਾਰਾਂ ਵਿਹਾਰਾਂ, ਵਿਆਹਾਂ ਤੇ ਗਾਏ ਜਾ ਰਹੇ ਗੀਤਾਂ ਅਤੇ ਨੱਚੇ ਜਾ ਰਹੇ ਨਾਚਾਂ ਵਿੱਚ ਦਿਲਚਸਪੀ ਸੀ। 10ਵੀਂ ਦੀ ਪ੍ਰੀਖਿਆ ਉਹਨਾਂ ਨੇ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਤੋਂ ਪਾਸ ਕੀਤੀ। ਉਚੇਰੀ ਵਿੱਦਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਈ। ਉੱਥੇ ਉਹਨਾਂ ਨੇ M.A. ਪੰਜਾਬੀ ਪਾਸ ਕੀਤੀ। ਪੰਜਾਬ ਯੂਨੀਵਰਸਿਟੀ ਦੇ ਖੁੱਲ੍ਹੇ ਮਾਹੌਲ ਨੇ ਉਹਨਾਂ ਦੇ ਅੰਦਰ ਲੋਕਧਾਰਾ ਦੀ ਰੀਝ ਨੂੰ ਪ੍ਰਫੁੱਲਤ ਕੀਤਾ। ਡਾਕਟਰ ਕੇਸਰ ਸਿੰਘ ਕੇਸਰ ਦੀ ਯੋਗ ਅਗਵਾਈ ਹੇਠਾਂ ਆਪਨੇ Ph.D. ਦੀ ਡਿਗਰੀ ਪ੍ਰਾਪਤ ਕੀਤੀ। ਫਿਰ ਇਸੇ ਯੂਨੀਵਰਸਿਟੀ ਵਿੱਚ ਹੀ 1983 ਈਸਵੀ ਵਿੱਚ ਅਧਿਆਪਨ ਦਾ ਕਾਰਜ ਸ਼ੁਰੂ ਕੀਤਾ। ਲੋਕਧਾਰਾ ਦੀ ਸਮੱਗਰੀ ਨੂੰ ਇਕੱਠਾ ਕਰਨ ਵਿੱਚ ਉਹਨਾਂ ਦੀ ਵਿਸ਼ੇਸ਼ ਦਿਲਚਸਪੀ ਹੈ। ਉਹ ਯੂਨੀਵਰਸਿਟੀ ਵਿੱਚ ਡੀਨ ਭਾਸ਼ਾਵਾਂ ਦੇ ਅਹੁਦੇ ਤੇ ਰਹੇ। ਲੋਕਧਾਰਾ ਦੇ ਖੇਤਰ ਵਿੱਚ ਆਪ ਦਾ ਪ੍ਰਕਾਸ਼ਿਤ ਕੰਮ ਆਪ ਦੀ ਵੱਖਰੀ ਪਛਾਣ ਦਾ ਸੂਚਕ ਹੈ। ਹੁਣ ਵੀ ਇਸ ਕਾਰਜ ਵਿੱਚ ਪੂਰੀ ਦਿਲਚਸਪੀ ਲੈ ਰਹੇ ਹਨ। ਉਹ ਇਸ ਖੇਤਰ ਵਿੱਚ ਨਵੀਆਂ ਖੋਜਾਂ ਕਰਨ ਵਾਲਿਆਂ ਨੂੰ ਅਤੇ ਗੁਆਚ ਰਹੇ ਵਿਰਸੇ ਨੂੰ ਸਾਂਭਣ ਵਾਲਿਆਂ ਨੂੰ ਪ੍ਰੇਰ ਵੀ ਰਹੇ ਹਨ ਅਤੇ ਉਹਨਾਂ ਵਾਸਤੇ ਚਾਨਣ ਮੁਨਾਰਾ ਵੀ ਹਨ। ਪ੍ਰਸ਼ਨ 2 ਗਿੱਧਾ ਧਰਤੀ ਮਾਤਾ ਦੀ ਪੂਜਾ ਦਾ ਨਾਚ ਨਿਬੰਧ ਦਾ ਵਿਸ਼ਾ ਦੱਸਦਿਆਂ ਹੋਇਆ ਇਸ ਦਾ ਸਾਰ ਲਿਖੋ। ਉੱਤਰ ਡਾਕਟਰ ਨਾਰ ਸਿੰਘ ਪੰਜਾਬੀ ਲੋਕਧਾਰਾ ਦੇ ਅਧਿਐਨ ਖੇਤਰ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਹੈ। ਮਾਲਵੇ ਦੇ ਲੋਕ ਗੀਤਾਂ ਦਾ ਇਸਨੇ ਵਿਸ਼ੇਸ਼ ਰੂਪ ਵਿੱਚ ਅਧਿਐਨ ਕੀਤਾ। ਪੇਂਡੂ ਜੰਮਪਲ ਹੋਣ ਕਾਰਨ ਉਸਨੇ ਇਹਨਾਂ ਚੀਜ਼ਾਂ ਨੂੰ ਨੇੜਿਓਂ ਦੇਖਿਆ ਹੈ ਅਤੇ ਇਸ ਦੀ ਮਹਾਨਤਾ ਸਮਝਿਆ ਇਸ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ। ਡਾਕਟਰ ਨਾਰ ਸਿੰਘ ਦੀ ਲੋਕਧਾਰਾ ਦੇ ਖੇਤਰ ਵਿੱਚ ਖੋਜ ਅਤੇ ਪ੍ਰਕਾਸ਼ਿਤ ਕਾਰਜ ਸਲਾਹੁਣਯੋਗ ਹੈ। ਸੰਬੰਧਿਤ ਲੇਖ ਵਿੱਚ ਉਸਨੇ ਤੀਵੀ ਨਾਂ ਦੇ ਨਾਚ ਗਿੱਧਾ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਹੇਠਾਂ ਅਸੀਂ ਇਸ ਨਿਬੰਧ ਦੇ ਵਿਸ਼ੇ ਅਤੇ ਸਾਰ ਉੱਤੇ ਵਿਚਾਰ ਕਰਦੇ ਹਾਂ। 59 ਵਿਸ਼ਾ ਰਾਸ਼ਟਰੀ ਮਾਨਤਾ ਪ੍ਰਾਪਤ ਪੰਜਾਬਣਾਂ ਦਾ ਲੋਕ ਨਾਚ ਗਿੱਧਾ ਦੇ ਵਿਭਿੰਨ ਪੱਖਾਂ ਉੱਤੇ ਵਿਚਾਰ ਕਰਨਾ ਇਸ ਨਿਬੰਧ ਦਾ ਵਿਸ਼ਾ ਹੈ। ਪਿੜ ਤੋਂ ਚੱਲ ਕੇ ਆਧੁਨਿਕ ਸਟੇਜ ਤੇ ਪਹੁੰਚਣ ਤੱਕ ਇਸ ਵਿੱਚ ਵੀ ਹੋਰ ਲੋਕ ਨਾਚਾਂ ਵਾਂਗ ਗੁਣਾਤਮਕ ਤੇ ਗਿਣਨਾਤਮਕ ਤਬਦੀਲੀਆਂ ਹੋਈਆਂ ਹਨ। ਦੇਸ਼ ਦੀ ਵੰਡ ਉਪਰੰਤ ਪੱਛਮੀ ਪੰਜਾਬ ਦੇ ਲੋਕ ਨਾਚ ਲੁੱਡੀ, ਸੰਮੀ, ਝੁੰਮਰ, ਡੰਡਾਸ, ਜੱਲੀ, ਧਮਾਲ, ਬਾਗੀ, ਪਲਵਾਨੀ ਤੇ ਭੰਗੜਾ ਆਦਿ ਜਿੱਥੇ ਆਪਣਾ ਮੁਹਾਂਦਰਾ ਹੀ ਬਦਲ ਗਏ, ਉੱਥੇ ਗਿੱਧਾ ਆਪਣੀ ਜਨਮ ਭੌਂ ਤੋਂ ਨਾ ਉਖੜਨ ਕਾਰਨ ਮੌਲਿਕ ਰੂਪ ਵਿੱਚ ਜਿਉਂਦਾ ਰਿਹਾ। ਵੰਡ ਤੋਂ ਬਾਅਦ ਮਾਝੇ ਦੀ ਥਾਂ ਮਾਲਵਾ ਸੱਭਿਆਚਾਰਕ ਕੇਂਦਰ ਬਣਦਾ ਗਿਆ, ਜਿਸ ਕਰਕੇ ਗਿੱਧੇ ਦਾ ਇਲਾਕਾਈ ਤੇ ਸੱਭਿਆਚਾਰਕ ਵਿਕਾਸ ਹੋਇਆ। ਮੌਲਿਕ ਰੂਪ ਵਿੱਚ ਬਚੇ ਰਹਿਣ ਦਾ ਦੂਜਾ ਕਾਰਨ ਸਨਅਤੀਕਰਨ ਨਾਲ ਲੱਗੇ ਲੋਕ ਪਰੰਪਰਾ ਨੂੰ ਖੋਰੇ ਤੋਂ ਵੀ ਇਹ ਬਚਿਆ ਰਿਹਾ ਤੇ ਵਿਆਹਾਂ ਦੀ ਖੁਸ਼ੀ ਦਾ ਧੁਰਾ ਬਣ ਗਿਆ। ਤੀਆਂ ਦੇ ਤਿਉਹਾਰ ਨਾਲ ਜੁੜੇ ਹੋਣਾ ਇਸ ਦੇ ਬਚੇ ਰਹਿਣ ਦਾ ਤੀਜਾ ਕਾਰਨ ਹੈ। ਨਵੇਂ ਪਰਿਵਰਤਨਾਂ ਨੂੰ ਆਪਣੇ ਵਿੱਚ ਜਜ਼ਬ ਕਰਨ ਦੀ ਸਮਰੱਥਾ ਇਸ ਦੇ ਬਚੇ ਰਹਿਣ ਦਾ ਚੌਥਾ ਕਾਰਨ ਹੈ। ਇਸ ਨਾਚ ਦੀ ਥੀਮਿਕ ਵੰਨ-ਸੁਵੰਨਤਾ ਅਤੇ ਨਾਚ ਮੁਦਰਾਵਾਂ ਵਿਚਲੀ ਖੁੱਲ੍ਹ ਇਸ ਦਾ ਮੌਲਿਕ ਰੂਪ ਵਿੱਚ ਬਣੇ ਰਹਿਣ ਦਾ ਹੋਰ ਕਾਰਨ ਹੈ। ਕੱਟੜ ਨਾਚ ਸ਼ਾਸਤਰੀ ਅੱਜ ਦੇ ਗਿੱਧੇ ਨੂੰ ਸਟੇਜ ਦੀਆਂ ਛੋਹਾਂ ਕਾਰਨ ਸ਼ੁੱਧ ਨਾਚ ਮੰਨਣ ਤੋਂ ਇਨਕਾਰੀ ਹੋ ਸਕਦਾ ਹੈ। ਗਿੱਧੇ ਦੀ ਪੇਸ਼ਕਾਰੀ ਗੋਲ ਦਾਇਰੇ ਵਿੱਚ ਅੰਦਰ ਨੂੰ ਮੂੰਹ ਕਰਕੇ ਹੁੰਦੀ ਹੈ। ਦੋ ਮੁਟਿਆਰਾਂ ਬੋਲੀ ਪਾ ਕੇ ਨੱਚਦੀਆਂ ਹਨ ਤੇ ਬਾਕੀ ਗਾ ਕੇ ਤੇ ਤਾੜੀ ਦੀ ਤਾਲ ਦੇ ਕੇ ਹੁੰਗਾਰਾ ਭਰਦੀਆਂ ਹਨ। ਤੋੜੇ ਨੂੰ ਸਾਰੀਆਂ ਇਕੱਠਿਆਂ ਚੁੱਕਦੀਆਂ ਹਨ ਜੋ ਲਾਜ਼ਮੀ ਹੈ। ਮੇਲਣਾ ਦਾ ਆਠੇ ਦੀ ਸ਼ਕਲ ਵਿੱਚ ਅੱਖਾਂ ਪਾ ਕੇ ਨੱਚਦੀਆਂ ਹਨ। ਗਿੱਧੇ ਦੀਆਂ ਬੋਲੀਆਂ ਦੋ ਪਾਤਰਾਂ ਦੇ ਸੰਵਾਦ, ਦੋ ਰਿਸ਼ਤਿਆਂ ਦੇ ਟਕਰਾਓ, ਦੋ ਸਥਿਤੀਆਂ ਦੇ ਪਹਿਲੂਆਂ ਨੂੰ ਨਾਟਕੀ ਜੁਗਤ ਵਿੱਚ ਪੇਸ਼ ਕਰਦੀਆਂ ਹਨ। ਗਿੱਧੇ ਦੀ ਬੋਲੀ ਇੱਕ ਸਥਿਤੀ ਜਾਂ ਸਮਾਜਕ ਜੀਵਨ ਦੀ ਝਾਕੀ ਨੂੰ ਉਗਾੜਦੀ ਹੈ। ਗਿੱਧਾ ਸ਼ੁਰੂ ਵਿੱਚ ਧੀਮੀ ਗਤੀ ਤੇ ਬਾਅਦ ਵਿੱਚ ਤੇਜ਼ ਹੁੰਦਾ ਹੈ। ਬੋਲੀਆਂ ਵੀ ਇਸੇ ਅੰਦਾਜ਼ ਦੀਆਂ ਚੁਣੀਆਂ ਜਾਂਦੀਆਂ ਹਨ। ਗਿੱਧੇ ਦੀਆਂ ਬੋਲੀਆਂ ਥੀਮਕ ਇਕਾਗਰਤਾ ਜਾਂ ਸਥਿਤੀ, ਦਰਿਸ਼ ਜਾਂ ਭਾਵ ਦੀ ਉਸਾਰੀ ਵਾਲੀਆਂ ਹੁੰਦੀਆਂ ਹਨ। ਧੀਮੀ ਗਤੀ ਦੇ ਗਿੱਧੇ ਨਾਲ ਟੱਪੇ ਵੀ ਚੱਲਦੇ ਹਨ। ਛੋਟੀਆਂ ਬੋਲੀਆਂ ਗਿੱਧੇ ਦੀ ਗਤੀ ਨੂੰ ਤੇਜ਼ ਕਰਦੀਆਂ ਹਨ। ਗਿੱਧਾ ਤੀਆਂ ਦਾ ਤਿਉਹਾਰ, ਮੰਗਣਾ, ਵਿਆਹ, ਮੁੰਡੇ ਦੀ ਪਹਿਲੀ ਲੋਹੜੀ ਆਦਿ ਸੰਦਰਭਾਂ ਦੀ ਪੇਸ਼ਕਾਰੀ ਹੁੰਦਾ ਹੈ। ਤੀਆਂ ਨਵ ਵਿਆਹੀਆਂ ਪੇਕੇ ਆ ਕੇ ਤੀਜ ਦੇ ਤਿਉਹਾਰ ਵਜੋਂ ਮਨਾਉਂਦੀਆਂ ਹਨ। ਤੀਆਂ ਦਾ ਗਿੱਧਾ ਨਵੀਨਾਨ ਸਿਖਾਂਦਰੂ ਕੁੜੀਆਂ ਦੇ ਕੇਂਦਰ ਵਜੋਂ ਵੀ ਕੰਮ ਕਰਦਾ ਹੈ।
ਗਿੱਧੇ ਵਿੱਚ ਵਧੀਆ ਬੋਲੀ ਪਾਉਣ ਵਾਲੀ ਤੇ ਵਧੀਆ ਅੰਦਾਜ਼ ਵਿੱਚ ਨੱਚਣ ਵਾਲੀ ਨੂੰ ਮਾਣ ਮਿਲਦਾ ਹੈ। ਤੀਆਂ ਦਾ ਗਿੱਧਾ ਸਹੇਲੀਆਂ ਦਾ ਅਤੇ ਵਿਆਹ ਦਾ ਗਿੱਧਾ ਮੇਲਣਾ ਦਾ ਨਾਚ ਹੁੰਦਾ ਹੈ। ਗਿਆ ਵਿੱਚ ਛੱਜ ਵੀ ਕੁੱਟਿਆ ਜਾਂਦਾ ਹੈ ਤੇ ਜਾਗੋ ਵੀ ਕੱਢੀ ਜਾਂਦੀ ਹੈ। ਸਿਖਰ ਤੇ ਪੁੱਜੇ ਗਿੱਧੇ ਨੂੰ ਫਤੂਹਾ ਕਹਿੰਦੇ ਹਨ, ਜੋ ਕਾਮਕ ਰੰਗ ਦਾ ਹੁੰਦਾ ਹੈ। ਗਿੱਧੇ ਵਿੱਚ ਸਾਂਗ ਅਤੇ ਤਮਾਸ਼ੇ ਵੀ ਵੱਖਰਾ ਰੰਗ ਬੰਦੇ ਹਨ। ਗਿੱਧਾ ਅੱਡੀ ਦੀ ਧਮਕ ਤੇ ਤਾੜੀ ਦੇ ਜ਼ੋਰ ਤੇ ਨੱਚਿਆ ਜਾਂਦਾ ਹੈ। ਗਿੱਧੇ ਵਿੱਚ ਮੁਟਿਆਰਾਂ ਸਭ ਕੁਝ ਸਮੂਹ ਨਾਲ ਸਾਂਝਿਆਂ ਕਰਕੇ ਮਨਾਂ ਨੂੰ ਹੌਲੇ ਕਰਦੀਆਂ ਹਨ। ਗਿੱਧੇ ਦੀਆਂ ਪ੍ਰਮੁੱਖ ਅਦਾਵਾਂ ਅੱਡੀ ਪੰਜੇ ਨਾਲ ਧਰਤੀ ਠਲੋਰਨਾ, ਧਰਤੀ ਵੱਲ ਹੱਥ ਕਰਕੇ ਤਾੜੀਆਂ ਮਾਰਨਾ ਆਦਿ ਤੇ ਹੋਰ ਅਦਾਵਾਂ ਧਰਤੀ ਨੂੰ ਮੁਖਾਤਬ ਹੋਣ ਕਾਰਨ ਇਹ ਧਰਤੀ ਦੀ ਪੂਜਾ ਦਾ ਨਾਚ ਮੰਨਿਆ ਜਾ ਸਕਦਾ ਹੈ। ਪੁਰਾਣੇ ਸਮੇਂ ਵਿੱਚ ਉਪਜਾਇਕਾ ਦੀ ਦੇਵੀ ਦੀਆਂ ਰਹੂ ਰੀਤਾਂ ਤੇ ਪੂਜਾ ਵਿੱਚ ਨੱਚਿਆ ਜਾਣ ਵਾਲਾ ਨਾਚ ਇਸ ਦਾ ਨਿਕਾਸ ਸਰੋਤ ਹੋ ਸਕਦਾ ਹੈ। ਇਹ ਲੋਕ ਨਾਚ ਮੂਲ ਰੂਪ ਵਿੱਚ ਕਿਰਸਾਣੀ ਸੰਸਕ੍ਰਿਤੀ ਦਾ ਨਾਚ ਹੈ। ਇਸ ਤਰ੍ਹਾਂ ਇਸ ਨਿਬੰਧ ਦਾ ਵਿਸ਼ਾ ਮਾਲਵੇ ਦੇ ਇਸਤਰੀਆਂ ਦੇ ਲੋਕ ਨਾਚ ਗਿੱਧੇ ਬਾਰੇ ਭਰਪੂਰ ਵਾਕਫੀ ਦੇਣ ਵਾਲਾ ਹੈ। ਸਾਰ ਗਿੱਧੇ ਨੂੰ ਪੰਜਾਬਣਾਂ ਦੇ ਰਾਸ਼ਟਰੀ ਲੋਕ ਨਾਚ ਵਜੋਂ ਮਾਨਤਾ ਪ੍ਰਾਪਤ ਹੈ। ਵੰਡ ਤੋਂ ਬਾਅਦ ਪੰਜਾਬ ਦੇ ਬਾਕੀ ਲੋਕ ਨਾਚ ਆਪਣੇ ਪਿੜਾਂ ਤੋਂ ਸਟੇਜ ਤੱਕ ਪਹੁੰਚਦਿਆਂ ਅਨੇਕਾਂ ਇਤਿਹਾਸਕ ਤੇ ਸੱਭਿਆਚਾਰਕ ਤਬਦੀਲੀਆਂ ਕਾਰਨ ਬਦਲ ਚੁੱਕੇ ਹਨ। ਗਿੱਧਾ ਆਪਣੇ ਮੌਲਿਕ ਰੂਪ ਵਿੱਚ ਬਚਿਆ ਰਿਹਾ ਹੈ, ਭਾਵੇਂ ਕਿ ਇਸ ਅਮਲ ਨਾਲ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਵਿੱਚ ਤੇ ਖਾਸ ਕਰਕੇ ਲੋਕ ਨਾਚਾਂ ਵਿੱਚ ਗੁਣਾਤਮਕ ਤੇ ਗਿਣਨਾਤਮਕ ਪੱਖੋਂ ਬਹੁਤ ਪਰਿਵਰਤਨ ਆਏ ਹਨ। ਪੱਛਮੀ ਪੰਜਾਬ ਦੇ ਬਹੁਤ ਸਾਰੇ ਲੋਕ ਨਾਚ ਜਿਵੇਂ ਕਿ ਲੁੱਡੀ, ਸੰਮੀ, ਝੁੰਮਰ, ਡੰਡਾਸ, ਜੱਲੀ, ਧਮਾਲ, ਬਾਗੀ, ਪਲਵਾਨੀ ਆਦਿ ਅਲੋਪ ਹੋ ਗਏ ਜਾਂ ਬੇਪਛਾਣ ਹੋ ਗਏ। ਗਿੱਧੇ ਦੇ ਆਪਣੇ ਮੌਲਿਕ ਰੂਪ ਵਿੱਚ ਬਚੇ ਰਹਿਣ ਦਾ ਕਾਰਨ ਇਸ ਦਾ ਆਪਣੀ ਪੋਇਨ ਨਾਲ ਜੁੜੇ ਰਹਿਣਾ ਸੀ, ਜਦੋਂ ਕਿ ਬਾਕੀ ਆਪਣੇ ਪੋਇਨ ਤੋਂ ਉਖੜ ਗਏ। ਪੱਛਮੀ ਪੰਜਾਬ ਤੋਂ ਆਏ ਸ਼ਰਨਾਰਥੀਆਂ ਨੇ ਆਪ ਦੇ ਲੋਕ ਨਾਚਾਂ ਨੂੰ ਨਹੀਂ ਸੰਭਾਲਿਆ। ਗਿੱਧੇ ਤੇ ਵੰਡ ਦਾ ਘੱਟ ਅਸਰ ਪਿਆ। ਇਹ ਜਨਮ ਪੋਇਨ ਤੇ ਪਰੰਪਰਾ ਨਾਲ ਜੁੜਿਆ ਰਿਹਾ ਤੇ ਆਪਣੇ ਵਾਰਸਾਂ ਵੱਲੋਂ ਸੰਭਾਲਿਆ ਗਿਆ। ਵੰਡ ਤੋਂ ਬਾਅਦ ਮਾਝੇ ਦੀ ਥਾਂ ਮਾਲਵਾ ਸੱਭਿਆਚਾਰਕ ਕੇਂਦਰ ਬਣਦਾ ਗਿਆ, ਜਿਸ ਕਰਕੇ ਇਸ ਦਾ ਇਲਾਕਾਈ ਤੇ ਸੱਭਿਆਚਾਰਕ ਵਿਸਥਾਰ ਹੋਇਆ ਹੈ। ਵੰਡ ਉਪਰੰਤ ਸਨਅਤੀਕਰਨ ਕਾਰਨ ਪੰਜਾਬੀ ਲੋਕ ਪਰੰਪਰਾ ਦੇ ਅਨੇਕ ਅੰਗ ਗਿੱਧੇ ਨੂੰ ਛੱਡ ਕੇ ਖੁਰ ਲੱਗ ਪਏ। ਇਹ ਵਿਆਹ ਦੀ ਖੁਸ਼ੀ ਦੀ ਸੰਪੂਰਨਤਾ ਲਈ ਲਾਜ਼ਮੀ ਸਮਝਿਆ ਜਾਣ ਲੱਗਾ। ਤੀਆਂ ਦੇ ਤਿਉਹਾਰ ਨਾਲ ਜੁੜੇ ਹੋਣ ਕਾਰਨ ਇਸ ਦੀ ਮੌਲਿਕਤਾ ਬਣੀ ਰਹੀ ਤੇ ਉਮਰ ਲੰਮੇਰੀ ਹੋਈ। ਤੀਆਂ ਦੇ ਗਿੱਧੇ ਵਿੱਚ ਮਲਵੈਣਾਂ ਦਾ ਨੱਚਣਾ ਅਨਿਵਾਰੀ ਹੋਣ ਕਰਕੇ ਵਿਆਹ ਦੇ ਜਸ਼ਨਾਂ ਵਿੱਚ ਮਲਵੈਣਾਂ ਵਧੇਰੇ ਜਸ਼ਨ ਨਾਲ ਸ਼ਰੀਕ ਹੁੰਦੀਆਂ ਹਨ। ਗਿੱਧਾ ਪੇਸ਼ਕਾਰੀ ਦੇ ਰੂਪ ਪੱਖੋਂ ਬਹੁਤ ਲਚਕੀਲਾ ਹੈ। ਇਹ ਨਵੀਆਂ ਤਬਦੀਲੀਆਂ ਨੂੰ ਆਪਣੇ ਵਿੱਚ ਸਮੋ ਲੈਂਦਾ ਹੈ। ਗਿੱਧੇ ਦੇ ਨਾਚ ਕਾਰਜ ਨੇ ਬੋਲੀ ਵਿਚਲੇ ਭਾਵ ਅਤੇ ਸਥਿਤੀ ਮੁਤਾਬਕ ਚੱਲਣਾ ਹੁੰਦਾ ਹੈ। ਪਾਈ ਗਈ ਬੋਲੀ ਦੀ ਅੰਤਲੀ ਤੁਕ ਦੇ ਭਾਵਾਂ ਅਨੁਸਾਰ ਨਾਚ ਮੁਦਰਾਵਾਂ ਕਰਨੀਆਂ ਹੁੰਦੀਆਂ ਹਨ। ਇਹ ਲੋਕ ਬੋਲੀਆਂ ਸਮੇਂ ਬਦਲਦੀਆਂ ਹਨ ਤੇ ਗਿੱਧਾ ਵੀ ਇਹਨਾਂ ਅਨੁਸਾਰ ਸੁਭਾਵਕ ਤਬਦੀਲੀ ਕਰਦਾ ਹੈ। ਗਿੱਧਾ ਚਾਲਾਂ, ਗਤਿਆਨ ਤੇ ਮੁਦਰਾਵਾਂ ਦੇ ਨਾਲ ਥੀਮਕ ਪੱਖੋਂ ਵੀ ਵੰਨ-ਸੁਵੰਨਤਾ ਵਾਲਾ ਨਾਚ ਹੈ। ਬੋਲੀਆਂ ਵਿੱਚ ਜੀਵਨ ਦੀ ਵਿਵਿਧਤਾ, ਵਿਸ਼ਾਲਤਾ ਤੇ ਭਾਵ ਦੀ ਗਹਿਰਾਈ ਨਾਲ ਗਿੱਧੇ ਦਾ ਸੰਬੰਧ ਹੁੰਦਾ ਹੈ। ਬੋਲੀਆਂ ਵਿੱਚ ਦੇਵੀ ਪੂਜਾ, ਕਾਮ, ਜੀਵਨ ਦੇ ਦੁੱਖ, ਸੁੱਖ, ਚਾਅ, ਗਮ, ਉਮੰਗਾਂ, ਸੱਦਰਾਂ, ਸੁਪਨਿਆਂ, ਰਿਸ਼ਤਿਆਂ ਦੇ ਸੁਮੇਲ ਤੇ ਟਕਰਾਓ ਦਾ ਪ੍ਰਗਟਾਵਾ ਹੁੰਦਾ ਹੈ। ਬੋਲੀ ਦੇ ਆਧਾਰ ਤੇ ਨੱਚਣ ਵਾਲਾ ਸਰੀਰਕ ਮੁਦਰਾ ਨੂੰ ਆਪਣੀ ਮਰਜ਼ੀ ਦਾ ਰੂਪ ਦੇ ਸਕਦਾ ਹੈ। ਖਲੋ ਕੇ, ਬੈਠ ਕੇ, ਝੁਕ ਕੇ, ਤੇਜ਼ ਦੌੜ ਕੇ, ਮੂਧੇ ਸਿੱਧੇ ਹੋ ਕੇ ਬੋਲੀ ਦੇ ਥੀਮ ਨੂੰ ਮੁਦਰਾਵਾਂ ਵਿੱਚ ਢਾਲ ਸਕਦਾ ਹੈ। ਅੱਡੀ ਤੋਂ ਚੋਟੀ ਤੱਕ ਸਰੀਰ ਨੂੰ ਨਾਚ ਮੁਦਰਾਵਾਂ ਵਿੱਚ ਢਾਲਣ ਦੀ ਖੁੱਲ੍ਹ ਸਿਰਫ ਇਸ ਨਾਚ ਵਿੱਚ ਹੀ ਹੈ। ਇੱਕੋ ਬੋਲੀ ਉੱਤੇ ਜੋੜੀਆਂ ਦੇ ਰੂਪ ਵਿੱਚ ਨੱਚਦਿਆਂ ਵੀ ਆਪਣੀ ਕਲਾ ਪ੍ਰਤਿਭਾ ਅਨੁਸਾਰ ਨਾਚ ਮੁਦਰਾਵਾਂ ਸਿਰਜਣ ਦੀ ਖੁੱਲ੍ਹ ਹੁੰਦੀ ਹੈ। ਇਹ ਖੁੱਲ੍ਹ ਇਸ ਦੇ ਮੌਲਿਕ ਰੂਪ ਵਿੱਚ ਬਚੇ ਰਹਿਣ ਦਾ ਆਧਾਰ ਹੈ। ਵੰਡ ਤੋਂ ਬਾਅਦ ਝੂਮਰ, ਲੁੱਡੀ, ਗੁਰਦਾਸਪੁਰੀ ਬਾਬਿਆਂ ਦਾ ਭੰਗੜਾ, ਮਲਵਈ ਮਰਦਾਂ ਦਾ ਗਿੱਧਾ ਮੰਚ ਪੇਸ਼ਕਾਰੀ ਸਮੇਂ ਅਸਲ ਰੂਪ ਤੋਂ ਪਰੇ ਹੋ ਗਏ ਹਨ। ਪਰ ਅਜਿਹਾ ਗਿੱਧੇ ਵਿੱਚ ਨਾ ਮਾਤਰ ਹੀ ਹੋਇਆ ਹੈ। ਇਸ ਵਿੱਚ ਤੀਆਂ ਜਾਂ ਵਿਆਹ ਨੂੰ ਹੀ ਪੇਸ਼ ਕਰਨ ਦੀ ਸੁਚੇਤ ਕੋਸ਼ਿਸ਼ ਕੀਤੀ ਜਾਂਦੀ ਹੈ। ਕੋਈ ਕੱਟੜ ਨਾਟ ਸ਼ਾਸਤਰੀ ਭਾਵੇਂ ਇਸ ਨੂੰ ਸ਼ੁੱਧ ਨਾਚ ਨਾ ਮੰਨੇ। ਗਿੱਧੇ ਵਿੱਚ ਅੰਦਰਵਾਰ ਮੂੰਹ ਕਰੀ ਗੋਲ ਦਾਇਰੇ ਵਿੱਚ ਖੜੀਆਂ ਕੁੜੀਆਂ ਵਿੱਚੋਂ ਇੱਕ ਦੋ ਬੋਲੀ ਸ਼ੁਰੂ ਕਰਦੀਆਂ ਹਨ, ਬਾਕੀ ਤਾੜੀਆਂ ਨਾਲ ਸਾਥ ਦਿੰਦੀਆਂ ਹਨ। ਗਿੱਧੇ ਦੀ ਧੀਮੀ ਚਾਲ ਵੇਲੇ ਲੰਮੀ ਬੋਲੀ ਪੈਂਦੀ ਹੈ। ਗਿੱਧੇ ਦੇ ਸ਼ੁਰੂ ਵਿੱਚ ਜਾਂ ਗਿੱਧਾ ਪਾਉਂਦਿਆਂ ਥੱਕ ਜਾਣ ਤੇ ਵੀ ਲੰਮੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਗਿੱਧੇ ਦੀਆਂ ਬੋਲੀਆਂ ਵਿੱਚ ਪਹਿਲੀ ਤੁਕ ਤੋਂ ਲੈ ਕੇ ਅੰਤਲੀ ਤੁਕ ਤੱਕ ਇੱਕੋ ਭਾਵ, ਸਥਿਤੀ ਜਾਂ ਦਰਿਸ਼ ਦੀ ਉਸਾਰੀ ਹੁੰਦੀ ਹੈ। ਦੂਜੀ ਕਿਸਮ ਦੀਆਂ ਬੋਲੀਆਂ ਵਿੱਚ ਪਾਤਰ, ਭਾਵ ਜਾਂ ਦਰਿਸ਼ ਬਦਲਦਾ ਚਲਾ ਜਾਂਦਾ ਹੈ। ਹਰ ਲਾਈਨ ਸੁਤੰਤਰ ਹੁੰਦੀ ਹੈ ਤੇ ਨਾਚ ਲਈ ਤੋੜੇ ਵਾਲੀ ਤੁਕ ਨੂੰ ਹੀ ਆਧਾਰ ਬਣਾਇਆ ਜਾਂਦਾ ਹੈ। ਧੀਮੀ ਗਤੀ ਵਾਲੇ ਗਿੱਧੇ ਨਾਲ ਟੱਪੇ ਵੀ ਚੱਲਦੇ ਹਨ। ਇਹਨਾਂ ਇੱਕ ਤੁਕੀ ਬੋਲੀਆਂ ਨਾਲ ਤੋੜੇ ਵਾਲੀ ਗਤੀ ਨਹੀਂ ਆਉਂਦੀ। ਗਿੱਧੇ ਦੇ ਸ਼ੁਰੂ ਵਿੱਚ ਜਾਂ ਜਦੋਂ ਗਿੱਧਾ ਪਾ ਕੇ ਥਕੇਵਾ ਹੋ ਜਾਵੇ ਤਾਂ ਟੱਪੇ ਗਾਏ ਜਾਂਦੇ ਹਨ। ਤਾੜੀ ਤੇ ਬੋਲਾਂ ਵਿੱਚ ਇਕਸੁਰਤਾ ਲਿਆਉਣ ਲਈ ਬੱਲੇ ਬੱਲੇ ਵੀ ਜੋੜ ਲਿਆ ਜਾਂਦਾ ਹੈ। ਨਿੱਕੀਆਂ ਬੋਲੀਆਂ ਵਿੱਚ ਤੋੜਾ ਜਲਦੀ ਆਉਣ ਕਾਰਨ ਗਿੱਧਾ ਤੇਜ਼ ਚੱਲਦਾ ਹੈ। ਤੀਆਂ ਵਿੱਚ ਗਿੱਧਾ ਲੰਮਾ ਸਮਾਂ ਚੱਲਣ ਕਾਰਨ ਲੰਮੀ ਬੋਲੀ ਤੇ ਵਿਆਹ ਉੱਤੇ ਤੇਜ਼ ਗਿੱਧਾ ਹੋਣ ਕਾਰਨ ਛੋਟੀ ਬੋਲੀ ਪਾਈ ਜਾਂਦੀ ਹੈ। ਸਕੂਲਾਂ ਕਾਲਜਾਂ ਦੀਆਂ ਸਟੇਜਾਂ ਉੱਤੇ ਵੀ ਛੋਟੀਆਂ ਬੋਲੀਆਂ ਵਾਲਾ ਤੇਜ਼ ਗਿੱਧਾ ਹੀ ਚੱਲਦਾ ਹੈ। ਇਹਨਾਂ ਵਿੱਚ ਪਹਿਲੀ ਤੁਕ ਨਾਲ ਤੁਕਾਂ ਮੇਲ ਕੇ 2-3 ਸਤਰਾਂ ਵਿੱਚ ਹੀ ਦਰਿਸ਼ ਜਾਂ ਭਾਵ ਉਭਾਰਿਆ ਜਾਂਦਾ ਹੈ।
ਗਿੱਧੇ ਦਾ ਆਰੰਭ ਤੇ ਅੰਤ ਇਸ ਵਿਚਲੇ ਸੰਦਰਭਾਂ ਨਾਲ ਜੁੜਿਆ ਹੁੰਦਾ ਹੈ ਜੋ ਪ੍ਰਮੁੱਖ ਰੂਪ ਵਿੱਚ 4 ਹਨ। ਤੀਆਂ ਦਾ ਤਿਉਹਾਰ, ਮੰਗਣਾ, ਵਿਆਹ ਤੇ ਮੁੰਡੇ ਦੀ ਪਹਿਲੀ ਲੋਹੜੀ। ਤੀਆਂ ਵਿੱਚ ਪਿੰਡ ਦੀ ਸਾਂਝੀ ਥਾਂ ਤੇ ਨਵ ਵਿਆਹੀਆਂ ਪੇਕੇ ਗਈਆਂ ਮੁਟਿਆਰਾਂ ਇਕੱਠੀਆਂ ਹੁੰਦੀਆਂ ਹਨ। ਭੈਣਾਂ ਤੇ ਭਰਜਾਈਆਂ ਇੱਕੋ ਪਿੜ ਵਿੱਚ ਨੱਚਦੀਆਂ ਹਨ ਅਤੇ ਆਪਣੇ ਦਿਲ ਦਾ ਗੁਬਾਫ ਕੱਢਦੀਆਂ ਹਨ। ਤੀਆਂ ਦੇ ਗਿੱਧੇ ਵਿੱਚ ਵੀਰਾਂ ਦਾ ਪਿਆਰ, ਪ੍ਰੇਮੀਆਂ ਦੀਆਂ ਮਿਲਣੀਆਂ, ਦਿਓਰਾਂ ਦਾ ਲਾਡ, ਜੇਠਾਂ ਨਾਲ ਸ਼ਰੀਕੇਬਾਜ਼ੀਆਂ, ਪਿਆਰ ਦੀਆਂ ਦੱਬੀਆਂ ਉਮੰਗਾਂ, ਅਧੂਰੇ ਸੁਪਨੇ, ਸੱਦਰਾਂ, ਚਾਅ, ਕੁਪੱਤੀਆਂ, ਸੌਸਾਂ, ਛੜਿਆਂ ਤੇ ਅਮਲੀਆਂ ਆਦਿ ਤੇ ਬੋਲੀਆਂ ਪਾ ਕੇ ਨੱਚਿਆ ਜਾਂਦਾ ਹੈ। ਤੀਆਂ ਦੇ ਗਿੱਧੇ ਦਾ ਪਿੜ ਨਵੀਆਂ ਸਿਖਾਂਦਰੂ ਮੁਟਿਆਰਾਂ ਦਾ ਸਿੱਖਿਆ ਕੇਂਦਰ ਹੁੰਦਾ ਹੈ। ਪਿੜ ਵਿੱਚ ਸਰਦਾਰੀ ਕਲਾਤਮਕ ਪ੍ਰਤਿਭਾ ਵਾਲੀਆਂ ਮੁਟਿਆਰਾਂ ਹੱਥ ਹੀ ਰਹਿੰਦੀ ਹੈ। ਵਧੀਆ ਬੋਲੀਆਂ ਪਾਉਣ ਵਾਲਿਆਂ ਨੂੰ ਵੀ ਮਾਣ ਮਿਲਦਾ ਹੈ। ਗਿੱਧੇ ਵਿੱਚ ਕੁਝ ਕੁੜੀਆਂ ਨੱਚਣ ਵਿੱਚ ਤੇ ਕੁਝ ਬੋਲੀ ਪਾਉਣ ਵਿੱਚ ਵਿਸ਼ੇਸ਼ ਮੁਹਾਰਤ ਰੱਖਦੀਆਂ ਹਨ। ਬੋਲੀਆਂ ਪਾਉਣ। ਤੀਆਂ ਦਾ ਗਿੱਧਾ ਸਹੇਲੀਆਂ ਦਾ ਤੇ ਵਿਆਹ ਦਾ ਗਿੱਧਾ ਮਿਲਣਾ ਦਾ ਹੁੰਦਾ ਹੈ। ਤੀਆਂ ਦਾ ਗਿੱਧਾ ਮੋਹ ਤੇ ਹੇਰਵੇ ਦਾ ਤੇ ਵਿਆਹ ਦਾ ਗਿੱਧਾ ਖੁਸ਼ੀ, ਖਰੂਦ ਤੇ ਮਸਤੀਆਂ ਦਾ ਹੁੰਦਾ ਹੈ। ਵਿਆਹ ਦੇ ਗਿੱਧੇ ਵਿੱਚ ਨਾਨਕੇ ਤੇ ਦਾਦਕੇ ਮੇਲ ਦੀਆਂ ਮੁਟਿਆਰਾਂ ਦਾ ਮੁਕਾਬਲਾ ਵੀ ਹੁੰਦਾ ਹੈ। ਵਿਆਹ ਦੇ ਗਿੱਧੇ ਵਿੱਚ ਜਾਗੋ ਕੱਢੀ ਜਾਂਦੀ ਹੈ ਤੇ ਛੱਜ ਕੁੱਟਿਆ ਜਾਂਦਾ ਹੈ। ਸਿਮਰਇੰਟ ਮੁੰਡੇ ਦੇ ਵਿਆਹ ਤੋਂ ਪਹਿਲੀ ਰਾਤ ਨਾਨਕੇ ਮੇਲ ਦੇ ਆਉਣ ਤੇ ਪਿੰਡ ਵਿੱਚ ਜਾਗੋ ਕੱਢਾਣ ਜਾਂਦੀ ਹੈ। ਪਿੱਤਲ ਦੀ ਵਲਟੋਹੀ ਜਾਂ ਗਾਗਰ ਉੱਤੇ ਆਟੇ ਦੀ ਲੇਈ ਨਾਲ ਥਾਲੀ ਜੜ ਕੇ ਵਿੱਚ ਸੰਤ ਜਾਂ 11 ਦੇਸੀ ਘਿਓ ਦੇ ਚਿਰਾਗ ਬਾਲ ਕੇ ਜਾਗੋ ਦਾ ਕਾਫਲਾ ਖਰੂਦ ਪਾਉਂਦਾ, ਪਰ ਨਾਲ ਟਾਉਂਦਾ, ਰਸਤੇ ਵਿੱਚ ਮਿਲਣ ਵਾਲਿਆਂ ਨੂੰ ਮਖੌਲ ਕਰਦਾ ਤੇ ਸਿੱਠਣੀਆਂ ਦਿੰਦਾ ਸਾਰੇ ਪਿੰਡ ਵਿੱਚ ਘੁੰਮਦਾ ਹੈ। ਵਿਆਹ ਵਾਲੇ ਘਰ ਜਾਗੋ ਪਰਤਣ ਤੇ ਗਿੱਧਾ ਪਾਇਆ ਜਾਂਦਾ ਹੈ। ਗਿੱਧਾ ਆਰੰਭ ਤੋਂ ਸਿਖਰ ਵੱਲ ਜਾਂਦਿਆਂ ਤੇਜ਼ ਹੁੰਦਾ ਹੈ ਤੇ ਬੋਲੀ ਕਰਾਰੀ। ਸਿਖਰ ਤੇ ਪਹੁੰਚੇ ਗਿੱਧੇ ਨੂੰ ਫੜੂਹਾ ਕਹਿੰਦੇ ਹਨ, ਜਿੱਥੇ ਨਾਚ ਅਦਾਵਾਂ ਕਾਮਕ ਰੰਗ ਦੀਆਂ ਹੋ ਜਾਂਦੀਆਂ ਹਨ। ਇਸ ਸਮੇਂ ਸਾਂਗ ਤੇ ਤਮਾਸ਼ੇ ਵੀ ਕੀਤੇ ਜਾਂਦੇ ਹਨ। ਅੱਡੀ ਦੀ ਧਮਕ, ਤਾੜੀ ਦੇ ਮੇਲ, ਜੋਸ਼, ਤੇਜ਼ ਗਤੀ ਦੇ ਖਰੂਦ ਵਾਲੇ ਗਿੱਧੇ ਨੂੰ ਜੋ ਤਮੱਚੀ ਪੱਟੇ ਵਧੀਆ ਮੰਨਿਆ ਜਾਂਦਾ ਹੈ, ਭਾਵੇਂ ਸਾਰਾ ਸਰੀਰ ਹੀ ਨਾਚ ਅਦਾਵਾਂ ਦਾ ਮਾਧਿਅਮ ਹੁੰਦਾ ਹੈ। ਪਰ ਪੱਟ, ਲੱਕ, ਅੱਡੀ ਤੇ ਕਲਾਈ ਤੇ ਜ਼ਿਆਦਾ ਬਲ ਹੁੰਦਾ ਹੈ। ਲੱਕ ਦੇ ਹੁਲਾਰੇ ਤੇ ਹੱਥਾਂ ਦੇ ਇਸ਼ਾਰੇ, ਸਰੀਰ ਦੇ ਅੰਗਾਂ ਦਾ ਪ੍ਰਗਟਾਵਾ ਵਧੇਰੇ ਤੇ ਚਿਹਰੇ ਦੇ ਹਾਵ ਭਾਵ ਤੇ ਅੱਖਾਂ ਦੀਆਂ ਸੂਖਮ ਰਮਜ਼ਾਂ ਦਾ ਪ੍ਰਯੋਗ ਘੱਟ ਹੁੰਦਾ ਹੈ। ਸਰੀਰਕ ਤਾਕਤ ਤੇ ਲੰਮੇ ਦਮ ਦੀ ਲੋੜ ਹੁੰਦੀ ਹੈ। ਗਿੱਧੇ ਵਿੱਚ ਸਮੂਹ ਨਾਲ ਸਭ ਕੁਝ ਸਾਂਝਾ ਕਰਕੇ ਮਨ ਹੌਲਾ ਕੀਤਾ ਜਾਂਦਾ ਹੈ। ਗਿੱਧੇ ਦੀਆਂ ਬੋਲੀਆਂ ਰਾਹੀਂ ਖੈਰ, ਸੁੱਖ, ਸ਼ਾਂਤੀ, ਪਰਿਵਾਰ ਦੀ ਵੇਲ ਵਧਣ, ਵੀਰਾਂ ਘਰ ਪੁੱਤ ਜੰਮਣ, ਖੂਹ ਵਗਦੇ ਰਹਿਣ, ਨਗਰ ਵਸਦੇ ਰਹਿਣ ਆਦਿ ਦੀ ਕਾਮਨਾ ਕੀਤੀ ਜਾਂਦੀ ਹੈ। ਧਰਤੀ ਨੂੰ ਅੱਡੀ ਪੰਜੇ ਨਾਲ ਠਕੋਰਨਾ, ਧਰਤੀ ਮਾਤਾ ਨੂੰ ਜਗਾਉਣ ਅਤੇ ਰਿਝਾਉਣ ਦੀ ਕਿਰਿਆ ਦਾ ਸੰਕੇਤ ਹੈ। ਗਿੱਧੇ ਦਾ ਸ਼ੁਰੂ ਵਿੱਚ ਸੱਜੇ ਪਾਸੇ ਧਰਤੀ ਵੱਲ ਝੁੱਕ ਕੇ ਤਾੜੀ ਮਾਰਨਾ ਧਰਤੀ ਨੂੰ ਨਮਸਕਾਰ ਕਰਨਾ ਹੁੰਦਾ ਹੈ। ਨਾਚ ਦੀਆਂ ਬਹੁਤੀਆਂ ਅਦਾਵਾਂ ਧਰਤੀ ਵੱਲ ਮੁਖਾਤਬ ਹੋਣ ਕਾਰਨ ਇਸ ਨੂੰ ਧਰਤੀ ਦਾ ਨਾਚ ਕਿਹਾ ਜਾਂਦਾ ਹੈ। ਲੇਖਕ ਦਾ ਕਿਆਸ ਹੈ ਕਿ ਧਰਤੀ ਨੂੰ ਉਪਜਾਇਕਤਾ ਦੀ ਦੇਵੀ ਮੰਨ ਕੇ ਪੂਜਾ ਤੇ ਹੋਰ ਰਹੋ-ਰੀਤਾਂ ਕਰਦਿਆਂ ਜੋ ਦੇਵੀ ਨਾਚ ਨੱਚਿਆ ਜਾਂਦਾ ਹੋਵੇਗਾ, ਉਸ ਤੋਂ ਗਿੱਧੇ ਦਾ ਨਿਕਾਸ ਹੋਇਆ ਹੋਵੇਗਾ। ਸਦੀਆਂ ਦੀ ਸੱਭਿਆਚਾਰਕ ਯਾਤਰਾ ਸਮੇਂ ਜੀਵਨ ਦੀਆਂ ਲੋੜਾਂ ਅਨੁਸਾਰ ਬਦਲਦਾ ਮਨੋਰੰਜਨ ਦਾ ਸਫਲ ਮਾਧਿਅਮ ਬਣ ਕੇ ਵਿਆਹ ਅਤੇ ਮੁੰਡੇ ਦੇ ਜੰਮਣ ਦੀ ਖੁਸ਼ੀ ਨਾਲ ਜੁੜ ਗਿਆ ਹੋਵੇਗਾ। ਧਰਤੀ ਪੂਜਾ ਦਾ ਸੰਕਲਪ ਖੇਤੀ ਕੇਂਦਰਿਤ ਅਰਥ ਵਿਵਸਥਾ ਦੀ ਦੇਣ ਹੋਣ ਕਰਕੇ ਗਿੱਧੇ ਨੂੰ ਮੂਲ ਰੂਪ ਵਿੱਚ ਕਿਰਸਾਣੀ ਸੰਸਕ੍ਰਿਤੀ ਦਾ ਨਾਚ ਮੰਨਿਆ ਜਾ ਸਕਦਾ ਹੈ।